Topic: AIDS. The word AIDS stands for Acquired Immunodeficiency Syndrome. It was first reported in the USA in 1981. ਡਿਜ਼ੀਜ਼ ਏਡਸ ਸਭ ਤੋਂ ਪਹਿਲਾਂ USA ਦੇ ਵਿੱਚ ਰਿਪੋਰਟ ਕੀਤੀ ਗਈ ਸੀ ਇਨ 1981 ਦੇ ਵਿੱਚ। ਆਫਟਰ ਦੈਟ ਇਹ ਪੂਰੇ ਹੁਣ ਤੱਕ ਪੂਰੇ ਵਰਲਡ ਦੇ ਵਿੱਚ ਸਪਰੈਡ ਹੋ ਚੁੱਕੀ ਆ। ਐਂਡ ਇਨ ਲਾਸਟ 25 ਈਅਰਸ ਅਤੇ ਇਹਨੇ ਪਿਛਲੇ 25 ਈਅਰਸ ਦੇ ਵਿੱਚ ਇਟ ਹੈਜ਼ ਕਿਲਡ ਮੋਰ ਦੈਨ 25 ਮਿਲੀਅਨ ਪੀਪਲ। ਏਡਸ ਦੇ ਨਾਲ 25 ਮਿਲੀਅਨ ਪੀਪਲਸ ਤੋਂ ਵੀ ਜ਼ਿਆਦਾ ਡੈਥ ਹੋ ਚੁੱਕੀਆਂ ਨੇ। It is caused by the human immunodeficiency virus HIV. ਡਿਜ਼ੀਜ਼ ਏਡਸ HIV ਵਾਇਰਸ ਦੇ ਕਰਕੇ ਹੁੰਦੀ ਆ। ਠੀਕ ਹੈ ਜੀ, ਇਹਨੂੰ ਆਪਾਂ ਹਿਊਮਨ ਇਮਿਊਨੋਡੈਫੀਸ਼ੀਐਂਸੀ ਵਾਇਰਸ ਵੀ ਕਹਿੰਦੇ ਆ। ਇਹਦਾ ਮਤਲਬ ਕੀ ਆ? ਮੀਨਸ ਹਿਊਮਨ ਬੀਇੰਗ ਦਾ ਜੋ ਇਮਿਊਨ ਸਿਸਟਮ ਆ, ਤੁਸੀਂ ਕਹਿ ਸਕਦੇ ਹੋ ਬਹੁਤ ਜ਼ਿਆਦਾ ਵੀਕ ਹੋ ਜਾਂਦਾ, ਉਹਦੇ ਵਿੱਚ ਗਿਰਾਵਟ ਆ ਜਾਂਦੀ ਆ, ਕਮੀ ਆ ਜਾਂਦੀ ਆ। HIV ਬਿਲੋਂਗਸ ਟੂ ਦਾ ਗਰੁੱਪ ਆਫ ਵਾਇਰਸਿਸ ਕਾਲਡ ਰੈਟਰੋਵਾਇਰਸ। HIV ਵਾਇਰਸ ਆ, ਠੀਕ ਹੈ ਜੀ, ਜਿਹੜਾ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ? ਇਹ ਰੈਟਰੋਵਾਇਰਸ ਗਰੁੱਪ ਨੂੰ ਬਿਲੋਂਗ ਕਰਦਾ ਆ। ਇਟ ਹੈਜ਼ RNA ਜੀਨੋਮ ਐਨਕਲੋਜ਼ਡ ਇਨ ਐਨ ਐਨਵੈਲਪ। ਰੈਟਰੋਵਾਇਰਸ ਦੇ ਵਿੱਚ ਜੋ ਇਹਦਾ ਜੈਨੇਟਿਕ ਮਟੀਰੀਅਲ ਆ ਉਹ RNA ਹੁੰਦਾ ਆ, ਅਤੇ ਇਹਦੇ ਉੱਪਰ ਐਨਵੈਲਪ ਕਵਰਿੰਗ ਹੁੰਦੀ ਆ। ਟਰਾਂਸਮਿਸ਼ਨ ਆਫ HIV ਅਕਰਸ ਥਰੂ ਫੋਲੋਇੰਗ ਵੇਜ਼। ਜੋ HIV ਦੀ ਟਰਾਂਸਮਿਸ਼ਨ ਆ, ਇਹ ਮੀਨਸ ਇਹ ਕਿੱਦਾਂ ਹੁੰਦਾ ਆ? ਫਸਟ ਵਨ, ਬਾਈ ਸੈਕਸ਼ੂਅਲ ਕੰਟੈਕਟ ਵਿਦ ਦਾ ਇਨਫੈਕਟਡ ਪਰਸਨ। ਥਰੂ ਸੈਕਸ਼ੂਅਲ ਕੰਟੈਕਟ ਜੇ ਵਿਦ ਦਾ ਇਨਫੈਕਟਡ ਪਰਸਨ, ਜੇ ਇਨਫੈਕਟਡ ਪਰਸਨ ਦੇ ਨਾਲ ਜਿਹਨੂੰ ਆਲਰੇਡੀ HIV ਹੋਇਆ ਹੋਵੇ ਉਹਦੇ ਨਾਲ ਸੈਕਸ਼ੂਅਲ ਕੰਟੈਕਟ ਕੀਤਾ ਜਾਵੇ, HIV ਹੋ ਸਕਦਾ ਆ। ਬਾਈ ਟਰਾਂਸਫਿਊਜ਼ਨ ਆਫ ਕੰਟੈਮੀਨੇਟਡ ਬਲੱਡ ਐਂਡ ਬਲੱਡ ਪ੍ਰੋਡਕਟਸ। ਕੰਟੈਮੀਨੇਟਡ ਬਲੱਡ ਦੀ ਟਰਾਂਸਫਿਊਜ਼ਨ ਕਰਤੀ ਜਾਂ ਬਲੱਡ ਦੇ ਪ੍ਰੋਡਕਟਸ ਦੀ ਟਰਾਂਸਫਿਊਜ਼ਨ ਕਰਤੀ ਜੋ ਆਲਰੇਡੀ ਕੰਟੈਮੀਨੇਟਡ ਨੇ ਵਿਦ HIV ਵਾਇਰਸ। ਉਹ ਹੁਣ ਜਦੋਂ ਆਪਾਂ ਟਰਾਂਸਫਿਊਜ਼ ਕਰਾਂਗੇ ਕੰਟੈਮੀਨੇਟਡ ਬਲੱਡ ਨੂੰ ਜਾਂ ਬਲੱਡ ਪ੍ਰੋਡਕਟਸ ਨੂੰ ਨੋਰਮਲ ਇੰਡੀਵਿਜੂਅਲ ਦੇ ਵਿੱਚ, ਉਹ ਓਬੀਅਸ ਉਹ ਵੀ ਇਨਫੈਕਟ ਹੋਊਗਾ HIV ਨਾਲ। ਬਾਈ ਸ਼ੇਅਰਿੰਗ ਇਨਫੈਕਟਡ ਨੀਡਲਸ। ਇਨਫੈਕਟਡ ਕੋਈ ਪਰਸਨ ਆ, ਉਹ HIV ਪੋਜ਼ੀਟਿਵ ਆ, ਉਹਦੀਆਂ ਉਹ ਜੋ ਨੀਡਲਸ ਯੂਜ਼ ਕਰ ਰਿਹਾ ਉਹੀ ਇੱਕ ਨੋਰਮਲ ਜਿਹਨੂੰ ਕੋਈ ਇਨਫੈਕਸ਼ਨ ਨਹੀਂ ਹੈਗੀ ਉਹਨੇ ਉਹ ਯੂਜ਼ ਕਰ ਲਈਆਂ, ਉਹ ਵੀ HIV ਪੋਜ਼ੀਟਿਵ ਹੋਊਗਾ। ਫਰੋਮ ਇਨਫੈਕਟਡ ਮਦਰ ਟੂ ਹਰ ਚਾਈਲਡ ਥਰੂ ਪਲੇਸੈਂਟਾ। ਮਦਰ ਪੋਜ਼ੀਟਿਵ ਆ, HIV ਪੋਜ਼ੀਟਿਵ ਆ, ਠੀਕ ਆ ਜੀ, ਉਹਦਾ ਜੋ ਚਾਈਲਡ ਆ ਉਹ ਵੀ ਇਸ ਡਿਜ਼ੀਜ਼ ਨਾਲ ਇਨਫੈਕਟ ਹੋ ਸਕਦਾ ਆ ਥਰੂ ਪਲੇਸੈਂਟਾ। ਇਟ ਇਜ਼ ਨਾਟ ਸਪਰੈਡ ਬਾਏ ਮੋਰ ਟੱਚ ਔਰ ਫਿਜ਼ੀਕਲ ਕੰਟੈਕਟ। ਜੋ HIV ਡਿਜ਼ੀਜ਼ ਆ, ਏਡਜ਼ ਡਿਜ਼ੀਜ਼ ਆ, ਇਹ ਟੱਚ ਨਾਲ ਜਾਂ ਫਿਜ਼ੀਕਲ ਕੰਟੈਕਟ ਦੇ ਨਾਲ ਨਹੀਂ ਹੁੰਦੀ। ਇਟ ਓਨਲੀ ਸਪਰੈਡਸ ਥਰੂ ਬੋਡੀ ਫਲੂਇਡਸ। ਇਹ ਸਿਰਫ ਬੋਡੀ ਦੇ ਫਲੂਇਡਸ ਥਰੂ ਸਪਰੈਡ ਹੁੰਦੀ ਆ। ਹੈਂਸ ਦਾ ਇਨਫੈਕਟਡ ਪਰਸਨ ਸ਼ੁੱਡ ਨਾਟ ਬੀ ਆਈਸੋਲੇਟਡ ਫਰੋਮ ਫੈਮਿਲੀ ਐਂਡ ਸੁਸਾਇਟੀ। ਜਿੱਦਾਂ ਹੁਣ ਆਪਾਂ ਨੂੰ ਪਤਾ ਆ ਵੀ ਜੋ ਏਡਜ਼ ਡਿਜ਼ੀਜ਼ ਆ ਇਹ ਫਿਜ਼ੀਕਲ ਕੰਟੈਕਟ ਜਾਂ ਟੱਚ ਦੇ ਨਾਲ ਨਹੀਂ ਹੁੰਦੀ, ਠੀਕ ਹੈ ਜੀ। ਇਹਦਾ ਕਾਰਨ ਕੀ ਆ ਡਿਜ਼ੀਜ਼ ਦਾ? ਇਟ ਓਨਲੀ ਸਪਰੈਡ ਥਰੂ ਬੋਡੀ ਫਲੂਇਡਸ। ਸੋ ਇਨਫੈਕਟਡ ਪਰਸਨ ਨੂੰ ਜੋ HIV ਪੋਜ਼ੀਟਿਵ ਆ ਉਹਨੂੰ ਆਈਸੋਲੇਟ, ਉਹਨੂੰ ਵੱਖ ਨਹੀਂ ਕਰਨਾ ਚਾਹੀਦਾ ਫੈਮਿਲੀ ਤੋਂ, ਸੁਸਾਇਟੀ ਤੋਂ। ਉਹਦੇ ਨਾਲ ਉਹਨੂੰ ਸਾਈਕੋਲੋਜੀਕਲ ਮੈਂਟਲੀ ਉਹ ਬਹੁਤ ਡਿਸਟਰਬ ਹੋਊਗਾ। ਹਾਈ ਰਿਸਕ ਇੰਡੀਵਿਜੂਅਲਸ। ਇਸ ਡਿਜ਼ੀਜ਼ ਦਾ ਖਤਰਾ ਰਿਸਕ ਜ਼ਿਆਦਾ ਕਿਹੜੇ ਇੰਡੀਵਿਜੂਅਲਸ ਦੇ ਵਿੱਚ ਹੁੰਦਾ ਆ? ਦੋਜ਼ ਹੈਵਿੰਗ ਮਲਟੀਪਲ ਸੈਕਸ਼ੂਅਲ ਪਾਰਟਨਰਸ। ਦੋਜ਼ ਹੈਵਿੰਗ ਮਲਟੀਪਲ ਸੈਕਸ਼ੂਅਲ ਪਾਰਟਨਰਸ, ਜਿਨ੍ਹਾਂ ਦੇ ਮਲਟੀਪਲ ਨੇ ਸੈਕਸ਼ੂਅਲ ਪਾਰਟਨਰਸ, ਮਲਟੀਪਲ ਨੇ, ਬਹੁਤ ਜ਼ਿਆਦਾ ਨੇ, ਉਹਨਾਂ ਦੇ ਵਿੱਚ ਇਹ ਡਿਜ਼ੀਜ਼ ਦਾ ਰਿਸਕ ਜ਼ਿਆਦਾ ਰਹਿੰਦਾ ਆ। ਡਰੱਗ ਅਡਿਕਟਸ ਟੇਕਿੰਗ ਦਾ ਡਰੱਗਸ ਇੰਟਰਾਵੇਨਸਲੀ। ਹੁਣ ਜੋ ਡਰੱਗ ਅਡਿਕਟਡ ਨੇ, ਜੋ ਡਰੱਗਸ ਲੈਂਦੇ ਨੇ, ਉਹ ਨੀਡਲਸ ਇੱਕ ਦੂਜੇ ਦੀਆਂ ਸ਼ੇਅਰ ਕਰੀ ਜਾ ਰਹੇ ਨੇ, ਠੀਕ ਹੈ ਜੀ, ਉਹਦੇ ਨਾਲ ਰਿਸਕ ਬਹੁਤ ਰਹਿੰਦਾ ਆ ਇਹ ਡਿਜ਼ੀਜ਼ ਦਾ। ਇੰਡੀਵਿਜੂਅਲ who require repeated blood transfusion,
ਉਹ ਇੰਡੀਵਿਜੂਅਲਸ ਜਿਨ੍ਹਾਂ ਦੇ ਵਿੱਚ ਰਿਪੀਟਡਲੀ ਬਲੱਡ ਟਰਾਂਸਫਿਊਜ਼ਨ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਡਿਜ਼ੀਜ਼ ਦਾ ਰਿਸਕ ਜ਼ਿਆਦਾ ਰਹਿੰਦਾ ਆ। ਚਿਲਡਰਨ ਬੋਰਨ ਟੂ ਐਨ HIV ਇਨਫੈਕਟਡ ਮਦਰ ਇਨਫੈਕਟਡ ਆ, ਉਹਦੇ ਜੋ ਚਿਲਡਰਨ ਹੋਣਗੇ ਉਹਨਾਂ ਦੇ ਵਿੱਚ ਵੀ ਏਡਜ਼ ਡਿਜ਼ੀਜ਼ ਦਾ ਰਿਸਕ ਜ਼ਿਆਦਾ ਰਹਿੰਦਾ ਆ। ਡਾਇਗਨੋਸਿਸ ਡਨ ਬਾਏ ਇੰਜ਼ਾਈਮ ਲਿੰਕਡ ਇਮਿਊਨੋਜ਼ੋਰਬੈਂਟ ਐਸੇ, ਅਲੀਜ਼ਾ ਟੈਸਟ ਵੀ ਕਹਿੰਦੇ ਆ। ਏਡਜ਼ ਡਿਜ਼ੀਜ਼ ਦਾ ਪਤਾ ਆਪਾਂ ਕਿੱਦਾਂ ਲਗਾ ਸਕਦੇ ਹਾਂ ਵੀ ਏਡਜ਼ ਹੋਇਆ ਜਾਂ ਨਹੀਂ ਹੋਇਆ, ਇਹਦੇ ਵਾਸਤੇ ਇੱਕ ਟੈਸਟ ਆ ਜਿਹਨੂੰ ਆਪਾਂ ਅਲੀਜ਼ਾ ਟੈਸਟ ਕਹਿੰਦੇ ਆ, ਇੰਜ਼ਾਈਮ ਲਿੰਕਡ ਇਮਿਊਨੋਜ਼ੋਰਬੈਂਟ ਐਸੇ। ਇਨਕੂਬੇਸ਼ਨ ਪੀਰੀਅਡ ਮੀਨਸ ਇਹ ਡਿਜ਼ੀਜ਼ ਨੂੰ ਕਿੰਨਾ ਕੁ ਟਾਈਮ ਲੱਗਦਾ ਇਸਟੈਬਲਿਸ਼ ਹੋਣ ਦੇ ਵਾਸਤੇ। ਟਾਈਮ ਗੈਪ ਬਿਟਵੀਨ ਇਨਫੈਕਸ਼ਨ ਐਂਡ ਅਪੀਅਰੈਂਸ ਆਫ ਏਡਜ਼ ਸਿੰਪਟਮ ਇਜ਼ ਕਾਲਡ ਦਾ ਇਨਕੂਬੇਸ਼ਨ ਪੀਰੀਅਡ। ਟਾਈਮ ਗੈਪ ਬਿਟਵੀਨ ਇਨਫੈਕਸ਼ਨ ਤੋਂ ਲੈ ਕੇ ਡਿਜ਼ੀਜ਼ ਦੇ ਸਿੰਪਟਮਸ ਦੀ ਅਪੀਅਰੈਂਸ ਤੱਕ ਜੋ ਗੈਪ ਆ ਉਹਨੂੰ ਕੀ ਕਹਿੰਦੇ ਨੇ, ਇਨਕੂਬੇਸ਼ਨ ਪੀਰੀਅਡ। ਦੇਖੋ ਟਾਈਮ ਗੈਪ ਬਿਟਵੀਨ ਇਨਫੈਕਸ਼ਨ ਹੋਈ ਅਤੇ ਡਿਜ਼ੀਜ਼ ਦੇ ਏਡਜ਼ ਡਿਜ਼ੀਜ਼ ਦੇ ਸਿੰਪਟਮ ਅਪੀਅਰ ਹੋਣ ਤੱਕ ਜੋ ਟਾਈਮ ਲੱਗਦਾ, ਇਨਫੈਕਸ਼ਨ ਤੋਂ ਲੈ ਕੇ ਡਿਜ਼ੀਜ਼ ਦੇ ਸਿੰਪਟਮ ਬਾਡੀ ਦੇ ਵਿੱਚ ਅਪੀਅਰ ਹੋਣ ਤੱਕ ਜੋ ਟਾਈਮ ਲੱਗਦਾ ਉਹਨੂੰ ਇਨਕੂਬੇਸ਼ਨ ਪੀਰੀਅਡ ਕਹਿੰਦੇ ਨੇ। ਇਟ ਮੇ ਵੇਰੀ ਫਰੋਮ ਫਿਊ ਮੰਥਸ ਟੂ 5 to 10 years। ਇਹ ਜੋ ਟਾਈਮ ਪੀਰੀਅਡ ਆ, ਇਨਕੂਬੇਸ਼ਨ ਪੀਰੀਅਡ ਆ, ਫਿਊ ਮੰਥਸ ਤੋਂ ਲੈ ਕੇ 5 to 10 years ਤੱਕ ਚਲੇ ਜਾਂਦਾ। ਇਸ ਲਈ ਇਹ ਡਿਜ਼ੀਜ਼ ਦਾ ਜਲਦੀ ਪਤਾ ਨਹੀਂ ਲੱਗਦਾ।